गुरु दी गोद दा नेक मंडली, गुरु सवारी, गुरु प्यारी संगत जीओ, फतेह का जवाब फतेह च देना जी। वाहिगुरू जी का खालसा, वाहिगुरू जी की फतेह। जिस गुरु ने सानू जित बख्शी है, असीं अज उहदा शुकराना करन दे लई संगती रूप दे विच जुड़े हैं। और गुरुद्वारा साहब की जिहड़ी कमेटी है, जिन्होंने ये उपराला किया, उन्हां दा धन्नवाद है। और मैं अपने वालों ते गुरुद्वारा सिंह सभा रिचर्डसन की सारी संगत वालों, जिन्हां लोगों ने भी इस संघर्ष दे विच अपनियां जानां कुर्बान कीतियां, उन्हां नूं शरधा दे फुल भेंट करदा ते गुरु चरनां च अरदास करदा कि गुरु साहब उन्हां नूं अपने चरनां च निवास बख्शण। बहुत चीज़ां असीं सुणियां सीगियां कि साडे पुरखियां ने कीतियां, पर आपां देखिया नहीं सी। आपां सरबत खालसा देखिया, आपां लाल किले ते झंडा चढ़दा देखिया खालसे दा, आपां इस दिल्ली नूं झुकाया, दिल्ली नूं जित्तिया। ये सारियां गल्लां जिहड़ियां इतिहास दे विच सुणियां सीगियां, वो मुड़ दोहराईयां गईयां। कई वारी आपां सोचदे हां जां आपां नूं लगदा कि जिहड़े राजनीतिक लोग आ वो करप्ट वा, इस करके साडियां मुश्किलों का जिहड़ा हल आ वो नहीं हुंदा। पर पिछले 70-75 साल तो वो करप्ट लोग तुरे आ रहे आ। मैं नहीं मानता कि वो सारे करप्ट ही है। मैं समझदा कि जिहड़ा ढांचा आ ओहदी प्रॉब्लम आ, जिहदे विच वो इलैक्ट होके जाके काम करदे आ। ਉਹ ਢਾਂਚਾ ਹੈਗਾ ਨੇਸ਼ਨ ਸਟੇਟ ਦਾ। ਜਦੋਂ ਨੇਸ਼ਨ ਸਟੇਟ ਦਾ ਕਾਨਸੈਪਟ ਆਉਂਦਾ ਹੈ ਕਿਤੇ ਵੀ ਹੋਵੇ ਉਹ, ਤੇ ਉਦੋਂ ਸਟੇਟਾਂ ਲਿਮਿਟ ਹੋ ਜਾਂਦੀਆਂ, ਉਹਨਾਂ ਦੀ ਪਾਵਰ ਕੱਟ ਡਾਊਨ ਕਰ ਦਿੱਤੀ ਜਾਂਦੀ ਹੈ ਤੇ ਸੈਂਟਰ ਨੂੰ ਪਾਵਰ ਦਿੱਤੀਆਂ ਜਾਂਦੀਆਂ ਹੈਗੀਆਂ। ਔਰ ਅੱਜ ਸੈਂਟਰ ਦੇ ਕੋਲ ਸਾਰੀਆਂ ਪਾਵਰਸ ਹੈ। ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਡਿਸੀਜਨ ਨਹੀਂ ਲੈ ਸਕਦਾ। ਈਵਨ ਜੇ ਕੋਈ ਸਟੇਟ ਸਰਕਾਰ ਕੋਈ ਵੀ ਡਿਸੀਜਨ ਲੈਂਦੀ ਆ ਤੇ ਜਿਹੜਾ ਸੈਂਟਰ ਆ ਉਹਦੇ ਕੋਲ ਸੰਵਿਧਾਨਕ ਹੱਕ ਵਾ ਕਿ ਉਹਨੂੰ ਓਵਰ ਰੂਲ ਕਰ ਸਕਦੀ ਹੈ। ਇਸੇ ਕਰਕੇ ਪਿਛਲੇ 70 ਸਾਲਾਂ ਤੋਂ ਮੈਂ ਪੰਜਾਬ ਦਾ ਬਸ਼ਿੰਦਾ। ਪੰਜਾਬ ਦੀ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਭਲੇ ਦੇ ਲਈ ਕੋਈ ਵੀ ਫੈਸਲਾ ਨਹੀਂ ਲਿਆ। ਔਰ ਹੈਰਾਨੀ ਦੀ ਗੱਲ ਦੇਖੋ ਤੁਸੀਂ ਕਿ ਮੁੱਖ ਮੰਤਰੀ ਦੀ ਪਾਵਰ, ਸੈਂਟਰ 50 ਕਿਲੋਮੀਟਰ ਤੱਕ BSF ਲਾ ਦਿੰਦਾ ਤੇ ਪੰਜਾਬ ਦਾ ਮੁੱਖ ਮੰਤਰੀ ਟਵੀਟ ਕਰਕੇ ਕਹਿੰਦਾ ਕਿ ਦੁੱਖ ਦੀ ਗੱਲ ਆ ਕਿ ਸੈਂਟਰ ਸਾਡੇ ਨਾਲ ਧੱਕਾ ਕਰਦੀ ਹੈ। ਅਫਸੋਸ ਤਾਂ ਮੈਂ ਵੀ ਪ੍ਰਗਟ ਕਰ ਸਕਦਾ ਕਿ ਘਾਹ ਖੋਤਣ ਵਾਲਾ ਬੰਦਾ ਵੀ ਕਰ ਸਕਦਾ। ਫਿਰ ਉਸ ਕੁਰਸੀ ਤੇ ਬੈਠਣ ਦਾ ਮਕਸਦ ਕੀ ਹੈ ਜੇ ਤੁਹਾਡੇ ਕੋਲ ਕੋਈ ਪਾਵਰ ਹੀ ਨਹੀਂ ਹੈਗੀ। ਸੋ ਐਨੀਵੇ, ਭਾਈ ਸਾਹਿਬ ਨੇ ਕਿਹਾ ਸੀ ਕਿ ਗੱਲ ਕਿਸਾਨਾਂ ਤੱਕ ਰੱਖੀ ਜਾਵੇ। ਮੈਂ ਉਸ ਕਿਸਾਨ ਦੀ ਗੱਲ ਕਰਨੀ ਚਾਹੁੰਦਾ ਜਿਸ ਕਿਸਾਨ ਨੇ ਆਪਣੀ ਪਿਛਲੀ ਉਮਰ ਦੇ 17 ਵਰੇ ਹਲ ਵਾਇਆ। ਉਹ ਸਨ ਗੁਰੂ ਨਾਨਕ ਪਾਤਸ਼ਾਹ ਆਪ, ਜਿਨ੍ਹਾਂ ਨੇ ਕਰਤਾਰਪੁਰ ਦੇ ਵਿੱਚ ਖੇਤੀ ਕੀਤੀ। ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਦੁਨੀਆ ਤੇ ਆਏ, ਉਦੋਂ ਵੀ ਧਾਰਮਿਕ ਤੇ ਰਾਜਨੀਤਿਕ ਜਿਹੜਾ ਵਰਤਾਰਾ ਸੀਗਾ ਉਹ ਇਸੇ ਤਰ੍ਹਾਂ ਦਾ ਹੀ ਸੀਗਾ। ਗੁਰੂ ਸਾਹਿਬ ਵੀ ਸਾਡੇ ਵਾਂਗੂ ਸੋਚ ਸਕਦੇ ਸੀਗੇ ਕਿ ਮੈਂ ਇਹਨਾਂ ਲੋਕਾਂ ਨੂੰ ਸਮਝਾਵਾਂ, ਇਹਨਾਂ ਨੂੰ ਕਨਵਿੰਸ ਕਰਾਂ, ਆਪਣੇ ਨਾਲ ਹੋਰ ਲੋਕਾਂ ਨੂੰ ਜੋੜਾਂ ਤੇ ਅਸੀਂ ਇਸ ਸਿਸਟਮ ਨੂੰ ਕਰੈਕਟ ਕਰ ਸਕਦੇ ਹਾਂ। ਪਰ ਦੇयर ਮਸਟ ਬੀ ਅ ਰੀਜ਼ਨ। ਬਹੁਤ ਵੱਡਾ ਰੀਜ਼ਨ ਹੋਗਾ ਜਿਹੜਾ ਸਾਨੂੰ ਸਮਝਣ ਦੀ ਲੋੜ ਆ ਕਿ ਗੁਰੂ ਸਾਹਿਬ ਨੇ ਕੰਪਲੀਟਲੀ ਜਿਹੜਾ ਸਿਸਟਮ ਚੱਲਦਾ ਸੀ ਧਾਰਮਿਕ ਐਂਡ ਪੋਲੀਟੀਕਲ, ਉਹਨਾਂ ਦੋਨਾਂ ਨੂੰ ਰਿਜੈਕਟ ਕੀਤਾ ਤੇ ਸਾਨੂੰ ਕੰਪਲੀਟਲੀ ਨਵਾਂ ਧਰਮ, ਨਿਊ ਸਕੂਲ ਆਫ ਥਾਟ ਦਿੱਤਾ। ਔਰ ਕੱਲਾ ਦਿੱਤਾ ਹੀ ਨਹੀਂ, ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਕਿ ਹਿੰਦੂ ਤੇ ਮੁਸਲਮਾਨ ਦੇ ਨਾਲ ਮੈਂ ਨਿਬੇੜਾ ਕਰ ਲਿਆ। ਨਾ ਹਮ ਹਿੰਦੂ ਨਾ ਹਮ ਮੁਸਲਮਾਨ। ਤੇ ਰਾਜ ਭਾਗ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ, ਭੱਟ ਸਾਹਿਬਾਨ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕਰਦੇ ਆ। ਉਸ ਸ਼ਬਦ ਦੀ ਇੱਕ ਪੰਕਤੀ ਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹਦੇ ਅਰਥ ਇਹ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਚਲਾਇਆ ਤੇ ਉਹਦੇ ਵਿੱਚ ਇੱਕ ਸੱਚ ਦਾ ਕਿਲਾ ਉਸਾਰਿਆ ਤੇ ਉਸ ਕਿਲੇ ਦੀ ਜਿਹੜੀ ਨੀਂਹ ਆ ਉਹ ਬਹੁਤ ਮਜ਼ਬੂਤ ਆ। ਸੋ ਗੁਰੂ ਸਾਹਿਬ ਨੇ ਸਾਨੂੰ ਧਰਮ ਵੀ ਦਿੱਤਾ
ਰਾਜ ਵੀ ਦਿੱਤਾ ਤੇ ਸਾਨੂੰ ਹਦਾਇਤ ਕੀਤੀ ਹੈ, ਸਪੈਸ਼ਲੀ 10ਵੇਂ ਪਾਤਸ਼ਾਹ ਨੇ, ਜਬ ਜੈ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਜਿਹੜੀ ਉਹ ਆਈਡੀਓਲੋਜੀ ਉਸ ਸਿਸਟਮ ਦੇ ਵਿੱਚ ਆ, ਜਿਹਨੇ ਉਹ ਸਾਰਾ ਸਟਰਕਚਰ ਕ੍ਰੀਏਟ ਕੀਤਾ ਆ, ਜਿਹੜਾ ਸਾਨੂੰ ਕੁਝ ਨਹੀਂ ਕਰਨ ਦਿੰਦਾ, ਈਵਨ ਤੁਸੀਂ ਉਸ ਅਹੁਦੇ ਤੇ ਚੱਲੋ ਤੁਸੀਂ ਵੀ ਕੁਝ ਨਹੀਂ ਕਰ ਸਕਦੇ, ਉਹ ਜਿਹੜੀ ਆਈਡੀਓਲੋਜੀ ਉਹਦੇ ਪਿੱਛੇ ਕੰਮ ਕਰਦੀ ਆ, ਗੁਰੂ ਸਾਹਿਬ ਨੇ ਉਹ ਰਿਜੈਕਟ ਕੀਤੀ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਉਹ ਸਾਰਾ ਸਿਧਾਂਤ ਦਿੱਤਾ। ਸਾਡੇ ਦਸਮੇਸ਼ ਪਾਤਸ਼ਾਹ ਨੇ ਉਹ ਰਾਜ ਭਾਗ ਨੂੰ ਕੰਪਲੀਟਲੀ ਸੰਪੂਰਨ ਰੂਪ ਦੇ ਵਿੱਚ ਸਾਨੂੰ ਦਿੱਤਾ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦਾ ਸਿੱਕਾ ਚਲਾਇਆ। ਉਹੀ ਰਾਜ ਭਾਗ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਦਲਦਾ, ਤੇ ਅੱਜ ਲੋਕ ਉਸ ਰਾਜ ਭਾਗ ਦੀਆਂ ਮਿਸਾਲਾਂ ਦਿੰਦੇ ਆ, ਜਿਹਦੇ ਵਿੱਚ ਕਿਸੇ ਦੀ ਮਸੀਤ ਨਹੀਂ ਟੁੱਟੀ, ਕਿਸੇ ਦਾ ਮੰਦਿਰ ਨਹੀਂ ਟੁੱਟਿਆ। ਐਜੂਕੇਸ਼ਨ ਸਿਸਟਮ ਜਿਹੜਾ ਸੀ ਉਹ ਸਭ ਤੋਂ ਬੈਸਟ ਸੀਗਾ। ਸੋ ਹੁਣ ਜਿਹੜੀ ਗੱਲ ਸਮਝਣ ਵਾਲੀ ਗੱਲ ਇਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਚੁਆਇਸ ਦਿੱਤੀ ਹੈਗੀ ਆ, ਅਸੀਂ ਉਸ ਚੁਆਇਸ ਤੇ ਕਿਉਂ ਨਹੀਂ ਜਾਣਾ ਚਾਹੁੰਦੇ ਹੈਗੇ? ਅਸੀਂ ਉਸ ਚੁਆਇਸ ਤੇ ਕਿਉਂ ਰਹੇ ਹੈਗੇ ਆ ਜਿੱਥੋਂ ਸਾਨੂੰ ਕੱਢਿਆ ਸੀਗਾ 500 ਸਾਲ ਸਾਨੂੰ ਪਹਿਲਾਂ, ਜਿਸ ਤੋਂ ਸਾਨੂੰ ਸੁਚੇਤ ਕੀਤਾ ਸੀ ਕਿ ਜਿਹੜਾ ਇਹ ਸਟਰਕਚਰ ਆ, ਜਿਹੜਾ ਇਹਦੇ ਪਿੱਛੇ ਕੰਮ ਕਰਦੀ ਆਈਡੀਓਲੋਜੀ ਆ, ਉਹਦੀ ਪ੍ਰੋਬਲਮ ਹੈਗੀ ਆ। ਸੋ ਆਪਾਂ ਉਸ ਆਈਡੀਓਲੋਜੀ ਤੋਂ ਬਚਣਾ, ਕਿਉਂਕਿ ਉਹ ਆਈਡੀਓਲੋਜੀ ਜਿਹੜੀ ਜਿੰਨੀਆਂ ਵੀ ਕੰਟਰੀਜ਼ ਹੈਗੇ ਡੈਮੋਕ੍ਰੈਟਿਕਸ, ਉੱਥੇ ਸਿਰਾਂ ਦੀ ਗਿਣਤੀ ਹੁੰਦੀ ਹੈ। ਉੱਥੇ ਸਿਰਾਂ ਦੀ ਗਿਣਤੀ ਕਿਹਨਾਂ ਦੀ ਹੁੰਦੀ ਹੈ? ਜਿਨ੍ਹਾਂ ਦੀ ਜ਼ਿਆਦਾ ਗਿਣਤੀ ਹੈ, ਤੇ ਉਹ ਹਿੰਦੂ ਲੋਕ ਮਾਈਂਡਡ ਆ, ਬ੍ਰਾਹਮਣ ਆ। ਨਿਸ਼ਚੈ ਕਰ ਆਪਣੀ ਜੀਤ ਕਰੂੰ, ਭਾਈ ਸਾਹਿਬ ਕਾਇਮ ਕਰ ਰਹੇ ਸੀ। ਅੱਜ ਸਾਰੀ ਡੈਲ ਸਪੋਰਟ ਵਾਲ ਦੀ ਸੰਗਤ ਇਕੱਠੀ ਹੋ ਕੇ ਫਤਿਹ ਦਿਵਸ ਮਨਾ ਰਹੇ ਹੋ। ਸੋ ਸਾਰੀਆਂ ਗੱਲਾਂ ਬਾਤਾਂ ਰੈਡੀ ਹੋ ਗਈਆਂ, ਤੇ ਜਿਹੜੀਆਂ 2-3 ਗੱਲਾਂ ਨਹੀਂ ਹੋਈਆਂ ਮੈਂ ਉਹ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ। ਸੋ ਦਿਓ ਆਸ਼ੀਰਵਾਦ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬਿੱਲ ਲਿਆਂਦੇ ਗਏ ਉਹਦਾ ਸਾਨੂੰ ਕਾਰਨ ਪਹਿਲਾਂ ਸਮਝਣਾ ਜ਼ਰੂਰੀ ਹੈ। ਇਹ ਬਿੱਲ ਆਏ ਕਿਉਂ ਤੇ ਸੋਲੂਸ਼ਨ ਕੀ ਆ? ਬਿੱਲ ਆਉਣ ਦਾ ਕਾਰਨ 84 ਤੋਂ ਲੈ ਕੇ 96 ਤੱਕ ਜਿਹੜਾ ਸੰਘਰਸ਼ ਲੜਿਆ ਗਿਆ, ਉਹ ਸੰਘਰਸ਼ ਦੇ ਵਿੱਚ ਫਾਈਨੈਂਸ ਤੌਰ ਤੇ ਸਿੱਖ ਜਿਹੜਾ ਆ, ਕਿਉਂਕਿ ਜ਼ਿਆਦਾ ਜੁੜਿਆ ਹੋਇਆ ਖੇਤੀ ਤੇ ਕਿਰਤ ਦੇ ਨਾਲ, ਸਾਡਾ ਜਿਹੜਾ ਐਗਰੀਕਲਚਰ ਪੰਜਾਬ ਦਾ ਹਰ ਸਾਡਾ ਘਰ ਹੈ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ, ਤੇ ਇੱਕ ਗਰਾਊਂਡ ਦੇ ਉੱਤੇ 84 ਤੋਂ ਲੈ ਕੇ 96 ਤੱਕ ਸੰਘਰਸ਼ ਦਾ ਚੱਲ ਜਾਣਾ, ਤੇ ਸੈਂਟਰ ਨੇ ਸਮਝਿਆ ਕਿ ਮਾਇਆ ਜਿਹੜੀ ਆ ਇਹ ਫਾਈਨੈਂਸ ਤੌਰ ਤੇ ਇਹਨਾਂ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਸਾਧਨ ਹੈ ਕਿ ਬਿੱਲ ਇਸ ਤਰ੍ਹਾਂ ਦੇ ਲਿਆਂਦੇ ਜਾਣ ਤਾਂ ਕਿ ਇਹਨਾਂ ਦਾ ਲੱਕ ਤੋੜ ਦਿੱਤਾ ਜਾਏ। ਬਿੱਲ ਆ ਜਾਂਦੇ ਨੇ ਤੇ ਆਪਾਂ ਇਹ ਵਾਰ-ਵਾਰ ਸੋਚਦੇ ਆ ਕਿ ਇਹ ਜਿਹੜੀ ਲੜਾਈ ਸੀ ਇਹ ਸਿੱਖਾਂ ਦੇ ਅਗੇਂਸਟ ਨਹੀਂ ਸੀ। ਇਹ ਜਿਹੜੀ ਵਾਰ ਸੀ ਸਿਰਫ ਤੇ ਸਿਰਫ ਸਿੱਖਾਂ ਦੇ ਅਗੇਂਸਟ ਵਿੱਢੀ ਗਈ ਸੀ। ਮੈਂ ਖੁਦ ਮੀਡੀਆ ਦੇ ਵਿੱਚ ਹੋਣ ਦੇ ਨਾਤੇ ਇਹਨੂੰ ਬਹੁਤ ਨਜ਼ਦੀਕ ਤੋਂ ਮੋਨੀਟਰਿੰਗ ਕੀਤਾ। ਅੱਜ ਅਸੀਂ ਇਹ ਜਿੱਤੇ ਆ, ਇਹ ਉਸ ਕੇਸਰੀ ਨਿਸ਼ਾਨ ਦੇ ਥੱਲੇ ਜਿੱਤੇ ਆ, ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੇ GST ਲਿਆਂਦੀ ਗਈ ਤੇ ਪੂਰੇ ਭਾਰਤ ਦੇ ਅੰਦਰ ਕਿਸੇ ਨੇ ਵਿਰੋਧ ਨਹੀਂ ਕੀਤਾ। ਜੇ ਧਾਰਾ 370 ਲਿਆਂਦੀ ਗਈ ਤੇ ਤੁਹਾਨੂੰ ਪਤਾ ਹੀ ਹੈ ਜੰਮੂ ਕਸ਼ਮੀਰ ਵਿੱਚ ਜੋ ਕੁਝ ਹੋਇਆ, ਬੇਸ਼ੱਕ ਉਹ ਪੰਜਾਬ ਨੇ ਚੈਲੰਜ ਕੀਤਾ। ਉਸ ਤੋਂ ਬਾਅਦ ਨੋਟਬੰਦੀ ਹੁੰਦੀ ਆ, ਸਾਰਿਆਂ ਤੋਂ ਪਹਿਲਾਂ ਜਦੋਂ ਮੋਦੀ ਬਣਦਾ ਕਿੰਨਾ ਕੁ ਵਿਰੋਧ ਹੋਇਆ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ। ਪਰ ਇਹ ਜਿਹੜੀ ਲੜਾਈ ਸੀ ਇਹ ਸਿੱਖਾਂ ਦੇ ਅਗੇਂਸਟ ਹਾਲੇ ਖਤਮ ਨਹੀਂ ਹੋਈ ਹੈ, ਦੁਬਾਰਾ ਆਉਣੇ ਆ ਬਿੱਲ, ਕਿਉਂਕਿ ਤੋਮਰ ਨੇ ਜੋ ਕਹਿ ਦਿੱਤਾ ਹੋਇਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਆ ਆਲਰੇਡੀ। ਜੇ ਸਿੱਖਾਂ ਦੇ ਅਗੇਂਸਟ ਨਹੀਂ ਤਾਂ ਇੰਗਲੈਂਡ ਦੀ ਖਬਰ ਦੀ ਗਾਰਡੀਅਨ ਇਹਦੇ ਉੱਤੇ ਇੱਕ ਆਰਟੀਕਲ ਲਿਖਦੀ ਹੈ। ਜੇ ਅਲ ਜਜ਼ੀਰਾ ਕਤਰ ਤੋਂ ਚੱਲਦਾ ਇਹਦੇ ਉੱਤੇ ਹਰ ਵੀਕ ਦੇ ਵਿੱਚ ਇੱਕ ਆਰਟੀਕਲ ਆਉਂਦਾ ਇਲੈਕਟ੍ਰੋਨਿਕ ਮੀਡੀਆ ਦੇ ਅੰਦਰ। ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਹਿੰਦੂ ਬੀਬੀ ਸਿਰਫ ਸਿੱਖਾਂ ਨੂੰ ਸੰਬੋਧਨ ਕਰਕੇ ਆਰਟੀਕਲ ਲਿਖਦੀ ਹੈ। ਜੇ ਨਿਊਯਾਰਕ ਟਾਈਮ ਵਰਗੀ ਅਖਬਾਰ ਜਿਹਦੇ ਦੇ ਇੱਕ ਆਰਟੀਕਲ ਦੇਣ ਦੇ ਲਈ $25,000 ਤੋਂ ਸਟਾਰਟਿੰਗ ਹੁੰਦੀ ਆ, ਉਹ ਸਿੱਖਾਂ ਦੀ ਫੋਟੋ ਲਾ ਕੇ ਕਰਦੀ ਆ, ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਸਿੱਖਾਂ ਦੇ ਅਗੇਂਸਟ ਇਹ ਲੜਾਈ ਨਹੀਂ ਸੀ? ਇਹ ਲੜਾਈ ਸਿੱਖਾਂ ਦੇ ਅਗੇਂਸਟ ਸੀ, ਕਿਉਂਕਿ ਬਾਹਰ ਦਾ ਸਿੱਖ ਪੰਜਾਬ ਦੀ ਹਰ ਪੋਲਿਟਿਕਸ ਦੀ ਗੇਮ ਚੇਂਜਰ ਹੈ।
ਔਰ ਉਸ ਗੇਮ ਚੇਂਜਰ ਨੂੰ ਬਾਹਰਲਾ ਸਿੱਖ ਹੀ ਚੇਂਜ ਕਰ ਸਕਦਾ। ਔਰ ਜਿਸ ਤਰ੍ਹਾਂ ਤੁਸੀਂ ਅੱਜ ਦਾ ਸਮਾਗਮ ਰੱਖ ਕੇ ਉਸ ਕਿਸਾਨੀ ਨੂੰ, ਉਸ ਪੰਜਾਬ ਦੇ ਵਿੱਚ ਵਸਦੇ ਹੋਏ ਕਿਸਾਨਾਂ ਨੂੰ ਹੌਸਲਾ ਦੇ ਰਹੇ ਹੋ, ਇਹ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਨੇ ਤੁਹਾਡੇ ਬਲੱਡ ਦੇ ਵਿੱਚ ਪ੍ਰੋਗਰਾਮਿੰਗ ਕੀਤੀ ਹੋਈ ਆ, ਜੋ ਬਿਨਾਂ ਸੱਦੇ ਤੋਂ, ਬਿਨਾਂ ਕਹਿਣ ਤੋਂ ਆਟੋਮੈਟਿਕ ਐਕਟਿਵ ਹੋ ਜਾਂਦੀ ਹੈ। ਜੇ ਕਿਸਾਨ ਦਾ ਮੋਰਚਾ ਚੱਲਦਾ, ਤੁਸੀਂ ਨਹੀਂ ਕਿਸੇ ਨੂੰ ਪੁੱਛਿਆ ਮੈਂ ਪੈਸੇ ਭੇਜਾਂਗੇ ਨਾ ਭੇਜਾਂ, ਤੁਸੀਂ ਨਹੀਂ ਕਿਸੇ ਨੂੰ ਪੁੱਛਿਆ ਕਿ ਮੈਂ ਲੰਗਰ ਉੱਥੇ ਲਾਵਾਂ ਜਾਂ ਮੈਂ ਨਾ ਲਾਵਾਂ, ਤੁਸੀਂ ਨਹੀਂ ਪੁੱਛਿਆ ਕਿਸੇ ਨੂੰ ਕਿ ਮੈਂ ਚੌਧਰੀ ਬਣਾ ਜਾਂ ਨਾ ਬਣਾ, ਪਰ ਤੁਸੀਂ ਤੁਹਾਡੀ ਪ੍ਰੋਗਰਾਮਿੰਗ ਗੁਰੂ ਨਾਨਕ ਨੇ ਕੀਤੀ ਹੋਈ ਕਰਕੇ ਤੁਸੀਂ ਪੰਜਾਬ ਦੇ ਹੱਕ ਸੱਚ ਦੇ ਲਈ ਉਸੇ ਵੇਲੇ ਐਕਟਿਵ ਹੋ ਜਾਂਦੇ। ਸੋ ਟਾਈਮ ਬਹੁਤ ਹੋ ਚੁੱਕਾ, ਮੈਂ ਆਪਣੇ ਸ਼ਬਦਾਂ ਨੂੰ ਇੱਥੇ ਹੀ ਸਮੇਟਦਾ। ਫਿਰ ਕਿਤੇ ਇੱਕ ਸਬੱਬ ਬਣਿਆ ਤੇ ਇਸ ਤੋਂ ਕੰਟੀਨਿਊ ਆਪਾਂ ਗੱਲਬਾਤ ਕਰਾਂਗੇ। ਸੋ ਤੁਸੀਂ ਖਾਸ ਕਰਕੇ ਗਾਰਲੈਂਡ ਦੀ ਮੈਨੇਜਮੈਂਟ ਕਮੇਟੀ ਵਧਾਈ ਦੇ ਪਾਤਰ ਨੇ। ਮੈਨੂੰ ਬਹੁਤ ਚੰਗਾ ਲੱਗਾ ਕਿ ਅਸੀਂ ਇਹ ਗੱਲ ਕਹਿੰਦੇ ਜੀ ਸਿੱਖ ਰਲ ਕੇ ਨਹੀਂ ਬੈਠਦੇ, ਤੇ ਗੁਰੂ ਪਿਆਰਿਓ ਆ ਪ੍ਰੂਫ ਬੈਠਾ, ਇੱਕ ਛੱਤ ਦੇ ਥੱਲੇ ਬੜੀ ਚੜ੍ਹਦੀ ਕਲਾ ਦੇ ਵਿੱਚ ਬੈਠੇ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗਾਰਲੈਂਡ ਦੀ ਪ੍ਰਬੰਧਕ ਕਮੇਟੀ ਤੇ ਸਮੁੱਚੇ ਤੌਰ ਤੇ ਸੰਗਤ ਵਧਾਈ ਦੇ ਪਾਤਰ ਆ, ਜਿਹੜਾ ਇਹਨਾਂ ਨੇ 2022 ਦਾ ਪਹਿਲਾ ਦਿਨ ਡੈਲਸ ਫੋਰਟ ਵਰਥ ਦੀ ਸਮੁੱਚੀ ਸਾਧ ਸੰਗਤ ਨੂੰ ਗੁਰੂ ਚਰਨਾਂ ਦੇ ਨਾਲ ਲਾਉਣ ਦਾ ਉਪਰਾਲਾ ਕੀਤਾ। ਚੱਲ ਰਹੇ ਜੋ ਸੰਘਰਸ਼ ਦੇ ਬਾਰੇ ਜੋ ਗੱਲਬਾਤ ਚੱਲ ਰਹੀ ਹੈ, ਕਿਸਾਨੀ ਸੰਘਰਸ਼ ਦੇ ਸੰਦਰਭ ਦੇ ਵਿੱਚ ਗੁਰੂ ਘਰ ਦੇ ਗ੍ਰੰਥੀ, ਸਤਿਕਾਰਯੋਗ ਗ੍ਰੰਥੀ ਸਾਹਿਬਾਨ ਨੇ ਅਰਦਾਸ ਦੇ ਵਿੱਚ ਜ਼ਿਕਰ ਕੀਤਾ ਸੀ ਭਾਰਤ ਸਰਕਾਰ ਦੇ ਜ਼ਾਲਮ ਕਾਨੂੰਨ ਤੇ ਸਮਾਪਤੀ ਤੇ ਉਸ ਦਾ ਇਲਾਜ ਦੋਹਰਾ ਪੜ੍ਹ ਕੇ ਰਾਜ ਕਰੇਗਾ ਖਾਲਸਾ। ਜਿੰਨਾ ਚਿਰ ਸਾਨੂੰ ਆਪਣੀ ਸਿੱਖ ਹੋਣ ਦੀ, ਸਿੱਖ ਪਛਾਣ ਤੋਂ ਮੁਨਕਰ ਹੋਣ ਤੇ ਸਾਨੂੰ ਮਾਣ ਹੀ ਨਹੀਂ ਹੈਗਾ ਸਾਡਾ ਸਿੱਖ ਹੋਣ ਤੇ, ਤਾਂ ਉਹਦਾ ਕੋਈ ਇਲਾਜ ਨਹੀਂ ਕਰ ਸਕਦਾ। ਇਸ ਸਮੁੱਚੇ ਸੰਘਰਸ਼ ਨੂੰ ਜੇ ਅਸੀਂ ਦੋ ਹੀ ਪ੍ਰੋਸਪੈਕਟ ਤੋਂ ਦੇਖੀਏ, ਸਾਡਾ ਦੁਸ਼ਮਣ ਕੌਣ ਹੈ ਤੇ ਸਾਡਾ ਨਿਸ਼ਾਨਾ ਕੀ ਹੈ, ਸੋ ਇਹਦੇ ਵਿੱਚ ਹੀ ਸਾਰਾ ਕੁਝ ਰੱਖਿਆ ਹੈ। ਅਸੀਂ ਅੱਜ ਤੁਰ ਪਈਏ, 50 ਸਾਲਾਂ ਨੂੰ ਤੁਰ ਪਈਏ, 10 ਸਾਲਾਂ ਨੂੰ, 50 ਸਾਲਾਂ ਨੂੰ ਤੁਰ ਪਈਏ, ਪੰਜਾਬ ਦੇ ਦੁੱਖਾਂ ਦਾ ਹੱਲ ਭਾਰਤੀ ਰਾਜ ਪ੍ਰਬੰਧ ਤੋਂ ਪੰਜਾਬ ਨੂੰ ਆਜ਼ਾਦ ਕਰਾ ਕੇ ਗੁਲਾਮੀ ਦੇ ਸੰਗਲ ਤੋੜ ਕੇ ਹੀ ਹੋਣਾ ਹੈ। ਅੱਜ ਕਰ ਲਓ, ਕੱਲ ਨੂੰ ਕਰ ਲਿਓ, ਜਦੋਂ ਸਮਾਂ ਆਇਆ ਉਦੋਂ ਕਰ ਲਿਓ, ਪਰ ਗੱਲ ਮੁੱਕੜੀ ਇੱਥੇ ਆ ਕੇ ਹੀ ਹੈ। ਮੈਂ ਗੁਰਦੁਆਰਾ ਸ਼੍ਰੀ ਅਕਾਲ ਜੋਤ ਗਾਰਲੈਂਡ ਦੀ ਕਮੇਟੀ ਤੇ ਸੰਗਤ ਵੱਲੋਂ ਅੱਗੇ ਤੋਂ ਵੀ ਜੋ ਵੀ ਸਾਂਝੇ ਉਪਰਾਲੇ ਹੋਣਗੇ ਉਹਦੇ ਵਿੱਚ ਯੋਗਦਾਨ ਕਰਨ ਦੇ ਲਈ ਵਚਨਬੱਧ ਹਾਂ। ਤੇ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸਮੁੱਚੇ ਤੌਰ ਤੇ ਸਾਧ ਸੰਗਤ ਦਾ। ਹੋਈਆਂ ਭੁੱਲਾਂ ਚੁੱਕਣ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।